ਬੜੀ ਬੇਸਬਰੀ ਨਾਲ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ। ਉਹ ਬੜੀ ਬੇਸਬਰੀ ਨਾਲ ਚੱਕਰ ਕੱਟ ਰਹੀ ਸੀ, ਪਰ ਹੁਣ ਉਸ ਦਾ ਇੰਤਜ਼ਾਰ ਵੱਧਦਾ ਹੀ ਜਾ ਰਿਹਾ ਸੀ। ਜਿਵੇਂ-ਜਿਵੇਂ ਸਮਾਂ ਵੱਧਦਾ ਜਾ ਰਿਹਾ ਸੀ, ਓਨਾ ਹੀ ਉਹ ਬੇਚੈਨ ਹੋ ਰਹੀ ਸੀ। ਉਸ ਦੇ ਦਿਲ ਦੀ ਧੜਕਣ ਕਿਸੇ ਅਣਜਾਣੇ ਖਤਰੇ ਕਰਕੇ ਜ਼ੋਰ-ਜ਼ੋਰ ਦੀ ਧੜਕ ਰਹੀ ਸੀ। ਇੰਤਜ਼ਾਰ ਖਤਮ ਹੋਇਆ। ਡਾਕਟਰ ਆਪਣੇ ਹੱਥ ਵਿੱਚ ਕੁਝ ਪੇਪਰ ਲੈ ਕੇ ਆਇਆ। ਡਾਕਟਰ ਨੇ ਉਹ ਪੇਪਰ ਉਸ ਦੇ ਹੱਥ ਵਿੱਚ ਫੜਾਏ ਤੇ ਉਸ ਨੂੰ ਜੋ ਕਿਹਾ, ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਸ ਨੇ ਸੋਚਿਆ, ਇਹ ਕਿਵੇਂ ਹੋ ਸਕਦਾ ਹੈ? ਲੋਕ ਕੀ ਕਹਿਣਗੇ? ਇਹ ਮੁਮਕਿਨ ਨਹੀਂ ਸੀ। ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਸੀ। ਉਸ ਨੇ ਆਪਣੇ ਹੱਥ ਵਿੱਚ ਫੜੇ ਪੇਪਰ ਨੂੰ ਦੁਬਾਰਾ ਖੋਲ੍ਹ ਕੇ ਪੜ੍ਹਿਆ। ਸ਼ਾਇਦ ਉਹ ਦੇਖ ਰਹੀ ਸੀ ਕਿ ਇਹ ਸੱਚ ਹੈ ਜਾਂ ਨਹੀਂ। ਉਹ ਬੜੀ ਬੇਯਕੀਨੀ ਨਾਲ ਦੇਖ ਰਹੀ ਸੀ। ਉਹ ਅੱਖਾਂ ਫਾੜ-ਫਾੜ ਕੇ ਪੇਪਰ ਨੂੰ ਪੜ੍ਹ ਰਹੀ ਸੀ, ਜਿਸ ਵਿੱਚ ਉਸ ਦੀ ਬਰਬਾਦੀ ਦੇ ਸ਼ਬਦ ਲਿਖੇ ਸੀ। ਉਹ ਸੋਚ ਰਹੀ ਸੀ ਕਿ ਜੇਕਰ ਕੋਈ ਹੋਰ ਸਮਾਂ ਹੁੰਦਾ ਤਾਂ ਉਹ ਕਿੰਨੀ ਖੁਸ਼ ਹੁੰਦੀ। ਇਸ ਸਮੇਂ ਲਈ ਉਸਨੇ ਕਿੰਨੀਆਂ ਮੰਨਤਾਂ ਮੰਗੀਆਂ ਸਨ, ਅਤੇ ਇਹ ਖਬਰ ਮਿਲੀ ਕਿੱਦਾਂ ਉਸਨੇ ਆਪ ਹੀ ਆਪਣੇ ਪੈਰਾਂ 'ਤੇ ਕੁਹਾੜੀ ਮਾਰੀ ਸੀ ਅਤੇ ਆਪਣੀ ਬਰਬਾਦੀ ਦੀ ਜ਼ਿੰਮੇਵਾਰ ਉਹ ਆਪ ਹੀ ਸੀ। ਡਾਕਟਰ ਨੇ ਉਸ ਨੂੰ ਪਰੇਸ਼ਾਨ ਦੇਖ ਕੇ ਪੁੱਛਿਆ ਕਿ ਤੂੰ ਠੀਕ ਹੈ? ਉਹ ਇੱਕਦਮ ਆਪਣੀ ਸੋਚਾਂ ਵਿੱਚੋਂ ਬਾਹਰ ਆਈ ਤੇ ਡਾਕਟਰ ਨੂੰ ਕਿਹਾ ਕਿ ਇਸ ਦਾ ਕੋਈ ਹੱਲ ਹੈ। ਡਾਕਟਰ ਨੇ ਉਸ ਵੱਲ ਗੁੱਸੇ ਨਾਲ ਵੇਖਿਆ ਤਾਂ ਉਸ ਨੇ ਕਿਹਾ ਕਿ ਮੇਰੇ ਕੁਝ ਘਰੇਲੂ ਮਸਲੇ ਨੇ, ਇਸ ਕਰਕੇ ਪੁੱਛ ਰਹੀ ਹਾਂ। ਡਾਕਟਰ ਨੇ ਉਸ ਨੂੰ ਕਿਹਾ ਕਿ ਸਾਡੇ ਹਸਪਤਾਲ ਵਿੱਚ ਇੱਦਾਂ ਦੇ ਕੰਮ ਨਹੀਂ ਹੁੰਦੇ। ਚੰਗਾ ਹੋਵੇਗਾ ਕਿ ਤੁਸੀਂ ਚਲੇ ਜਾਓ। ਅਤੇ ਡਾਕਟਰ ਨੇ ਦੂਸਰੇ ਪੇਸ਼ੈਂਟ ਨੂੰ ਬੁਲਾ ਲਿਆ ਅਤੇ ਉਸ ਨੂੰ ਚੈੱਕ ਕਰਨ ਲੱਗੀ। ਉਹ ਉੱਥੇ ਡਾਕਟਰ ਨੂੰ ਦੇਖਦੀ ਰਹੀ, ਪਰ ਡਾਕਟਰ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਉਸ ਨੂੰ ਪਤਾ ਚੱਲ ਗਿਆ ਸੀ ਕਿ ਇੱਥੇ ਬੈਠਣ ਦਾ ਹੁਣ ਕੋਈ ਮਤਲਬ ਨਹੀਂ। ਡਾਕਟਰ ਨੇ ਉਸ ਦੀ ਮਦਦ ਨਹੀਂ ਕਰਨੀ। ਇੱਥੋਂ ਜਾਣਾ ਹੀ ਠੀਕ ਹੈ। ਅਤੇ ਉਹ ਕਲੀਨਿਕ ਤੋਂ ਬਾਹਰ ਆ ਗਈ ਤੇ ਪੈਦਲ-ਪੈਦਲ ਸੜਕ ਦੇ ਕਿਨਾਰੇ ਚੱਲਣ ਲੱਗੀ। ਉਸ ਦੇ ਕੋਲੋਂ ਗੱਡੀਆਂ ਲੰਘ ਰਹੀਆਂ ਸਨ। ਉਹ ਆਪਣੀਆਂ ਸੋਚਾਂ ਵਿੱਚ ਗੁੰਮ ਸੀ। ਉਹ ਡਾਕਟਰ ਬਾਰੇ ਸੋਚ ਰਹੀ ਸੀ। ਉਹ ਡਾਕਟਰ ਉਸ ਨੂੰ ਬਹੁਤ ਬੁਰੀ ਲੱਗ ਰਹੀ ਸੀ। ਕੀ ਹੋ ਜਾਂਦਾ ਜੇ ਉਹ ਮੇਰੀ ਗੱਲ ਮੰਨ ਲੈਂਦੀ? ਹਾਏ! ਅਚਾਨਕ ਉਸ ਦਾ ਪੈਰ ਸੜਕ 'ਤੇ ਪਏ ਇੱਕ ਪੱਥਰ ਨਾਲ ਵੱਜਿਆ। ਉਹ ਇੱਕ ਥਾਂ 'ਤੇ ਬੈਠ ਕੇ ਆਪਣੇ ਪੈਰ ਨੂੰ ਮਲਣ ਲੱਗੀ। ਫਿਰ ਉਸਨੇ ਆਪਣੀ ਰਿਪੋਰਟ ਬੈਗ ਵਿੱਚੋਂ ਕੱਢੀ ਅਤੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਕੂੜੇਦਾਨ ਵਿੱਚ ਸੁੱਟ ਕੇ ਤੇਜ਼ੀ ਨਾਲ ਆਪਣੇ ਘਰ ਵੱਲ ਵਧਣ ਲੱਗੀ। ਫਿਰ ਉਹ ਆਪਣੇ ਘਰ ਦੇ ਗੇਟ ਦੇ ਅੱਗੇ ਪਹੁੰਚੀ ਅਤੇ ਇੱਕ ਲੰਬਾ ਸਾਹ ਲਿੱਤਾ। ਸਭ ਦੇ ਸਵਾਲਾਂ ਦੇ ਜਵਾਬ ਦੇਣ ਲਈ ਆਪਣੇ ਆਪ ਨੂੰ ਤਿਆਰ ਕੀਤਾ। ਦਰਵਾਜ਼ਾ ਖੋਲ੍ਹ ਕੇ ਅੰਦਰ ਗਈ। ਸਾਰਾ ਪਰਿਵਾਰ ਘਰ ਵਿੱਚ ਬਣੇ ਗਾਰਡਨ ਵਿੱਚ ਬੈਠਾ ਸੀ, ਪਰ ਉਸਦਾ ਘਰਵਾਲਾ ਉੱਥੇ ਨਹੀਂ ਸੀ। ਉਸਨੇ ਚਾਰੇ ਪਾਸੇ ਨਜ਼ਰ ਘੁਮਾਈ। ਉਸ ਨੂੰ ਵੇਖ ਕੇ ਉਸਦੀ ਸੱਸ ਅਤੇ ਨਣਦਾਂ ਉਸ ਵੱਲ ਆਈਆਂ ਅਤੇ ਇੱਕ ਸਾਹ ਵਿੱਚ ਹਜ਼ਾਰਾਂ ਸਵਾਲ ਕੀਤੇ। ਜੋ ਉਸਦੀ ਹਾਲਤ ਰਾਤ ਨੂੰ ਸੀ, ਉਹ ਕਿਸੇ ਤੋਂ ਲੁਕੀ ਨਹੀਂ ਸੀ। ਇੱਥੇ ਕੋਈ ਬੱਚਾ ਨਹੀਂ ਸੀ ਜਿਸ ਨੂੰ ਨਾ ਪਤਾ ਹੋਵੇ। ਸਭ ਨੂੰ ਪਤਾ ਸੀ ਕਿ ਮੈਂ ਮਾਂ ਬਣਨ ਵਾਲੀ ਹਾਂ, ਪਰ ਇੱਥੇ ਕੋਈ ਖੁਸ਼ ਨਹੀਂ ਸੀ। ਜੇਕਰ ਕਿਸੇ ਹੋਰ ਕੁੜੀ ਦੇ ਸਹੁਰੇ ਹੁੰਦੇ ਤਾਂ ਉਹ ਜ਼ਰੂਰ ਖੁਸ਼ ਹੁੰਦੇ, ਫੁੱਲੇ ਨਾ ਸਮਾਉਂਦੇ, ਆਪਣੀ ਨੂੰਹ ਦੀਆਂ ਬਲਾਵਾਂ ਲੈਂਦੇ, ਉਸ ਦੀ ਨਜ਼ਰ ਉਤਾਰਦੇ। ਪਰ ਇੱਥੇ ਇੱਕ ਮੇਰੇ ਸਹੁਰੇ ਸੀ ਜਿਨ੍ਹਾਂ ਨੇ ਮੈਨੂੰ ਕਟਘਰੇ ਵਿੱਚ ਖੜ੍ਹਾ ਕਰ ਦਿੱਤਾ ਅਤੇ ਮੇਰੀ ਸੱਸ ਮੈਨੂੰ ਸ਼ੱਕ ਦੀ ਨਜ਼ਰ ਨਾਲ ਸਿਰ ਤੋਂ ਪੈਰਾਂ ਤੱਕ ਦੇਖ ਰਹੀ ਸੀ। ਗੁੱਸੇ ਵਿੱਚ ਬੋਲੀ, ਮੈਂ ਜੋ ਕਿਹਾ ਸੀ ਉਹੀ ਹੈ ਨਾ? ਆਪਣੀ ਸੱਸ ਦੇ ਮੂੰਹ ਵੱਲ ਦੇਖ ਕੇ ਉਹ ਘਬਰਾ ਗਈ ਤੇ ਕਹਿਣ ਲੱਗੀ, ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਮੈਨੂੰ ਤਾਂ ਫੂਡ ਪੁਆਇਜ਼ਨਿੰਗ ਹੋਈ ਹੈ। ਉਸ ਦੀ ਨਣਦ ਨੇ ਉਸ ਦੇ ਮੂੰਹ 'ਤੇ ਥੱਪੜ ਮਾਰਿਆ ਅਤੇ ਕਿਹਾ ਕਿ ਇਹ ਤੂੰ ਕੀ ਬੋਲ ਰਹੀ ਹੈ? ਅਸੀਂ ਜੋ ਰਾਤ ਨੂੰ ਤੇਰੀ ਹਾਲਤ ਦੇਖੀ। ਉਸ ਦੀ ਵੱਡੀ ਨਣਦ ਨੇ ਉਸ ਦੇ ਮੋਢੇ ਤੋਂ ਪਰਸ ਖੋਹ ਕੇ ਛੋਟੀ ਨਣਦ ਵੱਲ ਸੁੱਟ ਦਿੱਤਾ ਅਤੇ ਕਿਹਾ ਕਿ ਦੇਖ, ਇਸ ਵਿੱਚ ਜ਼ਰੂਰ ਰਿਪੋਰਟ ਰੱਖੀ ਹੋਣੀ ਹੈ। ਫਿਰ ਦੇਖ, ਮੈਂ ਸਮੀਰ ਨੂੰ ਕਹਿ ਕੇ ਇਸ ਨੂੰ ਤਲਾਕ ਦਿਵਾਉਂਦੀ ਹਾਂ ਤੇ ਇਸ ਨੂੰ ਘਰੋਂ ਬਾਹਰ ਸੁੱਟਦੀ ਹਾਂ। ਉਸ ਦੀ ਨਣਦ ਦੇ ਬੋਲ ਉਸ ਦੀਆਂ ਕੰਨਾਂ ਵਿੱਚ ਪਿਘਲੇ ਹੋਏ ਸ਼ੀਸ਼ੇ ਵਾਂਗ ਚੁਭ ਰਹੇ ਸਨ। ਛੋਟੀ ਨਣਦ ਨੇ ਵੱਡੀ ਭੈਣ ਦੀ ਗੱਲ ਮੰਨਦੇ ਹੋਏ ਬੈਗ ਨੂੰ ਉਲਟਾ ਕਰ ਦਿੱਤਾ। ਰਿਪੋਰਟ ਤਾਂ ਕੀ ਮਿਲਣੀ ਸੀ?
ਉਸ ਦੇ ਜਮ੍ਹਾਂ ਕੀਤੇ ਪੈਸੇ 'ਤੇ ਆਪਣਾ ਕਬਜ਼ਾ ਕਰ ਲਿਆ। ਉਦੋਂ ਹੀ ਉਸ ਦੀ ਸੱਸ ਨੇ ਉਸ ਦੀ ਗੁੱਤ ਫੜ ਕੇ ਕਿਹਾ, "ਦੱਸ ਅਵਾਰਾ ਔਰਤ, ਕਿੱਥੇ ਹੈ ਤੇਰੀ ਰਿਪੋਰਟ?" ਉਸ ਨੂੰ ਬਹੁਤ ਦਰਦ ਹੋ ਰਿਹਾ ਸੀ। ਫਿਰ ਉਸ ਦੀ ਨਣਦ ਨੇ ਉਸ ਦਾ ਮੂੰਹ ਜ਼ੋਰ ਦੀ ਫੜ ਲਿਆ ਅਤੇ ਬੋਲੀ ਕਿ ਬੋਲ ਮਾਂ, ਤੇਰੇ ਤੋਂ ਕੁਝ ਪੁੱਛ ਰਹੀ ਹੈ। ਉਸ ਨੇ ਬਹੁਤ ਹਲਕੀ ਆਵਾਜ਼ ਵਿੱਚ ਕਿਹਾ ਕਿ ਮੈਂ ਦੱਸਿਆ ਤਾਂ ਹੈ ਕਿ ਕੋਈ ਟੈਸਟ ਨਹੀਂ ਹੋਇਆ। ਬਾਸੀ ਖਾਣਾ ਖਾਣ ਨਾਲ ਮੈਨੂੰ ਉਲਟੀਆਂ ਲੱਗ ਗਈਆਂ ਸਨ, ਇਸ ਕਰਕੇ ਚੱਕਰ ਆ ਰਹੇ ਸੀ। ਉਸ ਦੀ ਸੱਸ ਨੇ ਉਸ ਦੀ ਗੁੱਤ ਛੱਡ ਦਿੱਤੀ। ਨਣਦ ਬੋਲੀ, ਮਾਂ ਤੇਰੀ ਨੂੰ ਝੂਠ ਬੋਲ ਰਹੀ ਹੈ। ਕਹਿਣ ਲੱਗੀ, ਮੇਰਾ ਭਰਾ ਆ ਜਾਏ, ਫਿਰ ਦੇਖ ਇਸ ਅਵਾਰਾ ਔਰਤ ਦਾ ਕੀ ਕਰਦੀ ਆਂ। ਇਸ ਨੇ ਉਸ ਨੂੰ ਆਪਣੀ ਚਾਲ ਵਿੱਚ ਫਸਾਇਆ ਹੈ। ਫਿਰ ਉਸ ਦੀ ਨਣਦ ਨੇ ਉਸ ਦੇ ਮੂੰਹ ਤੋਂ ਹੱਥ ਪਰੇ ਕਰਕੇ ਉਸ ਨੂੰ ਧੱਕਾ ਦੇ ਦਿੱਤਾ ਅਤੇ ਉਹ ਜ਼ੋਰ ਦੀ ਦੂਰ ਜਾ ਕੇ ਗਿਰੀ। ਸਭ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ। ਉਹ ਵਿਚਾਰੀ ਉੱਥੇ ਹੀ ਬੈਠੀ ਹੋ ਰਹੀ ਸੀ ਤੇ ਉਸ ਦੇ ਕੰਨਾਂ ਵਿੱਚ ਇੱਕ ਮਿੱਠੀ ਜਿਹੀ ਆਵਾਜ਼ ਪਈ। ਉਹ ਉਸ ਦੀ ਭਾਣਜੀ ਸੀ। ਉਸ ਨੇ ਕਿਹਾ, ਮਾਮੀ ਤੁਸੀਂ ਪਾਣੀ ਪੀਓ, ਅਤੇ ਬੜੇ ਪਿਆਰ ਨਾਲ ਪਾਣੀ ਦਿੱਤਾ। ਉਸ ਦੇ ਹੱਥ ਤੋਂ ਉਸਨੇ ਪਾਣੀ ਲੈ ਕੇ ਪੀ ਲਿਆ ਅਤੇ ਸੋਚਣ ਲੱਗੀ, ਇਸ ਦੀ ਮਾਂ ਮੈਨੂੰ ਹੁਣ ਕਿੰਨੇ ਜ਼ਖਮ ਦੇ ਕੇ ਗਈ ਹੈ ਅਤੇ ਉਸ ਦੀ ਧੀ ਉਸ ਤੋਂ ਕਿੰਨੀ ਅਲੱਗ ਹੈ। ਮਾਂ ਦੇ ਦਿੱਤੇ ਜ਼ਖਮਾਂ 'ਤੇ ਮੱਲਮ ਲਾ ਰਹੀ ਹੈ। ਫਿਰ ਉਹ ਉੱਠ ਕੇ ਆਪਣੇ ਕਮਰੇ ਵਿੱਚ ਗਈ, ਅਲਮਾਰੀ ਵਿੱਚੋਂ ਕੱਪੜੇ ਕੱਢ ਕੇ ਫਰੈਸ਼ ਹੋ ਕੇ ਬੈੱਡ 'ਤੇ ਬੈਠ ਕੇ ਸੋਚਣ ਲੱਗੀ ਅਤੇ ਉਸ ਦੇ ਨਣਦ ਦੀਆਂ ਗੱਲਾਂ ਦਿਮਾਗ ਵਿੱਚ ਘੁੰਮਣ ਲੱਗੀਆਂ। ਸੱਚਮੁੱਚ ਮੈਨੂੰ ਮੇਰੇ ਘਰ ਵਾਲੇ ਤੋਂ ਦੂਰ ਕਰ ਦੇਵੇਗੀ? ਕੀ ਉਹ ਮੈਨੂੰ ਤਲਾਕ ਦੇ ਦੇਣਗੇ? ਕੀ ਸੱਚੀ ਘਰੋਂ ਕੱਢ ਦੇਣਗੇ? ਇਹ ਗੱਲਾਂ ਸੋਚ ਕੇ ਉਸ ਦਾ ਸਿਰ ਦਰਦ ਹੋਣ ਲੱਗ ਗਿਆ। ਉਸ ਨੂੰ ਆਪਣੀ ਕੀਤੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ। ਉਹ ਸੋਚ ਰਹੀ ਸੀ ਕਿ ਕਾਸ਼ ਉਸਨੇ ਇਹ ਗਲਤੀ ਨਾ ਕੀਤੀ ਹੁੰਦੀ, ਜਿਸ ਦਾ ਅੰਜਾਮ ਉਸ ਨੂੰ ਭੁਗਤਣਾ ਪੈ ਰਿਹਾ ਹੈ। ਤਲਾਕ ਦੇ ਨਾਂ 'ਤੇ ਉਸ ਦਾ ਰੰਗ ਪੀਲਾ ਪੈ ਗਿਆ ਸੀ। ਨਹੀਂ ਨਹੀਂ, ਮੈਂ ਤਲਾਕ ਨਹੀਂ ਦੇਵਾਂਗੀ। ਮੈਂ ਆਪਣੇ ਸਿਰ 'ਤੇ ਬਦਨਾਮੀ ਨਹੀਂ ਲੈ ਸਕਦੀ। ਉਸ ਨੇ ਸੋਚ ਲਿਆ ਸੀ ਕਿ ਉਹ ਆਪਣੇ ਘਰ ਵਾਲੇ ਦੇ ਨਾਮ ਤੋਂ ਹੀ ਮਰੇਗੀ ਅਤੇ ਉਸ ਨੇ ਬੜਾ ਸੋਚ ਸਮਝ ਕੇ ਫੈਸਲਾ ਲਿਆ ਸੀ। ਉਸ ਨੂੰ ਕੀ ਪਤਾ ਸੀ ਕਿ ਇਹ ਫੈਸਲਾ ਉਸ ਦੀ ਬੇਵਕੂਫੀ ਸੀ। ਉਸ ਨੇ ਆਪਣਾ ਸਮਾਨ ਅਲਮਾਰੀ ਵਿੱਚੋਂ ਕੱਢ ਕੇ ਬੈਗ ਵਿੱਚ ਪਾਇਆ। ਪੂਰੇ 3 ਵਜੇ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ। ਸਾਰੇ ਲੋਕ ਖਾਣਾ ਖਾ ਕੇ ਸੌਂ ਗਏ ਸੀ। ਦੁਪਹਿਰ ਦਾ ਸਮਾਂ ਸੀ। ਉਸ ਨੇ ਘਰ ਦਾ ਇੱਕ ਚੱਕਰ ਲਾਇਆ ਅਤੇ ਘਰ ਦੀ ਦੇਲੀ ਪਾਟ ਕਰ ਲਈ। ਇੱਕ ਗਲਤੀ ਪਹਿਲਾਂ ਕੀਤੀ ਸੀ ਤੇ ਇੱਕ ਅੱਜ ਕਰ ਲਈ ਸੀ, ਘਰ ਤੋਂ ਬਾਹਰ ਜਾ ਕੇ, ਜਿਸ ਦੇ ਕਾਰਨ ਉਸ ਨੂੰ ਸਿਰਫ ਪਛਤਾਉਣਾ ਪੈਣਾ ਸੀ, ਹੋਰ ਕੁਝ ਨਹੀਂ। ਕਿਉਂਕਿ ਉਸੀ ਰਾਤ, ਮੇਰਾ ਨਾਂ ਰੇਖਾ ਹੈ, ਮੈਂ ਨੇਪਾਲ ਦੀ ਰਹਿਣ ਵਾਲੀ ਹਾਂ, ਮੈਂ 30 ਸਾਲ ਦੀ ਹਾਂ। ਮੇਰੀ ਮਾਂ ਮੇਰੇ ਛੋਟੇ ਹੁੰਦੇ ਹੀ ਮਰ ਗਈ ਸੀ। ਘਰ ਵਿੱਚ ਬਾਬਾ, ਮੇਰੀ ਭੂਆ ਤੇ ਮਾਮਾ ਜੀ ਸੀ। ਮੇਰੇ ਮਾਂ-ਪਿਓ ਦਾ ਵਿਆਹ ਆਪਣੀ ਪਸੰਦ ਨਾਲ ਹੀ ਹੋਇਆ ਸੀ। ਉਹ ਇੱਕ ਮੁਹੱਲੇ ਵਿੱਚ ਰਹਿੰਦੇ ਸਨ। ਮੇਰਾ ਸੰਬੰਧ ਗਰੀਬ ਪਰਿਵਾਰ ਨਾਲ ਸੀ। ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ। ਮੇਰੇ ਪਿਓ ਦੀ ਰਾਸ਼ਨ ਦੀ ਦੁਕਾਨ ਸੀ। ਮੈਂ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ। ਮੇਰੀ ਦਾਦੀ ਦੀ ਹੁਣ ਉਮਰ ਹੋ ਗਈ ਸੀ। ਮੈਂ 17 ਸਾਲ ਦੀ ਹੋਈ ਤਾਂ ਉਸਨੇ ਮੇਰੇ ਪਿਓ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੇਰਾ ਵਿਆਹ ਕਰ ਦੇਵੇ। ਪਰ ਮੇਰਾ ਪਿਓ ਮੇਰੇ ਵਿਆਹ ਦੇ ਹੱਕ ਵਿੱਚ ਨਹੀਂ ਸੀ। ਉਹ ਮੈਨੂੰ ਪੜ੍ਹਾਉਣਾ ਚਾਹੁੰਦੇ ਸੀ। ਮੈਂ ਵੀ ਪਰਮਾਤਮਾ ਦਾ ਸ਼ੁਕਰ ਕੀਤਾ, ਕਿਉਂਕਿ ਮੈਂ ਵੀ ਪੜ੍ਹ ਲਿਖ ਕੇ ਆਪਣੇ ਪਿਓ ਦਾ ਸਹਾਰਾ ਬਣਨਾ ਚਾਹੁੰਦੀ ਸੀ ਤੇ ਨਾਲੇ ਦਾਦੀ ਦਾ ਇਲਾਜ ਵੀ ਕਰਵਾਉਣਾ ਸੀ। ਪਰ ਸ਼ਾਇਦ ਦਾਦੀ ਨੂੰ ਆਪਣੇ ਅੰਤਮ ਸਮੇਂ ਦੀ ਖਬਰ ਹੋ ਗਈ ਸੀ। ਮੇਰੇ ਪੇਪਰ ਖਤਮ ਹੋਏ ਸਨ। ਇੱਕ ਦਿਨ ਦਾਦੀ ਨੂੰ ਦਿਲ ਦਾ ਦੌਰਾ ਪਿਆ। ਅਸੀਂ ਦਾਦੀ ਨੂੰ ਜਲਦੀ ਨਾਲ ਹਸਪਤਾਲ ਲੈ ਕੇ ਗਏ। ਸ਼ੁਕਰ ਦਾਦੀ ਬਚ ਗਈ। ਪਰ ਫਿਰ ਦਾਦੀ ਨੇ ਮੇਰੇ ਵਿਆਹ ਬਾਰੇ ਮੇਰੇ ਪਿਓ ਨੂੰ ਕਿਹਾ। ਕਿਉਂਕਿ ਦਾਦੀ ਦੀ ਸਿਹਤ ਠੀਕ ਨਹੀਂ ਸੀ, ਪਾਪਾ ਨੇ ਹਾਂ ਕਰ ਦਿੱਤੀ। ਮੇਰੀ ਦਾਦੀ ਦੀ ਕਿਸੇ ਸਹੇਲੀ ਦੇ ਪੋਤੇ ਨਾਲ ਮੇਰਾ ਰਿਸ਼ਤਾ ਤੈਅ ਕਰ ਦਿੱਤਾ। ਝੱਟ ਮੰਗਣੀ ਭੱਟ ਵਿਆਹ ਤੈਅ ਹੋ ਗਿਆ। ਮੇਰੇ ਵਿਆਹ ਵਿੱਚ ਘੱਟ ਦਿਨ ਸੀ। ਮੇਰੀ ਭੂਆ ਤੇ ਮਾਮਾ ਵੀ ਆ ਗਏ ਸੀ। ਮੈਨੂੰ ਮੇਰੀ ਪੜ੍ਹਾਈ ਅਧੂਰੀ ਰਹਿਣ ਦਾ ਬਹੁਤ ਦੁੱਖ ਸੀ, ਪਰ ਕਿਸੇ ਨੂੰ ਮੇਰੀ ਫਿਕਰ ਨਹੀਂ ਸੀ। ਸਭ ਮੈਨੂੰ ਇੱਕ ਬੋਝ ਦੀ ਤਰ੍ਹਾਂ ਉਤਾਰਨਾ ਚਾਹੁੰਦੇ ਸਨ। ਏਦਾਂ ਹੀ 1 ਮਹੀਨਾ ਬੀਤ ਗਿਆ। ਮੈਂ ਵਿਦਾ ਹੋ ਕੇ ਆਪਣੇ ਘਰ ਵਾਲੇ ਸਮੀਰ ਨਾਲ ਉਸ ਦੇ ਘਰ ਆ ਗਈ ਸੀ। ਮੇਰਾ ਘਰ ਵਾਲਾ 25 ਸਾਲ ਦਾ ਇੱਕ ਸੋਹਣਾ ਮੁੰਡਾ ਸੀ। ਉਹ ਸਰਕਾਰੀ ਨੌਕਰੀ ਕਰਦਾ ਸੀ।
ਉਸ ਦੀਆਂ 2 ਭੈਣਾਂ ਸੀ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਸੀ। ਵੱਡੀ ਨਣਦ ਪੇਕੇ ਹੀ ਰਹਿੰਦੀ ਸੀ। ਬਸ ਮਹੀਨੇ ਦੇ ਆਖਰੀ ਦਿਨਾਂ ਵਿੱਚ ਜਾਂਦੀ ਤੇ ਆਪਣੇ ਘਰ ਵਾਲੇ ਦੀ ਤਨਖਾਹ ਖਾ ਕੇ ਫੇਰ ਵਾਪਸ ਆ ਜਾਂਦੀ ਸੀ। ਉਸ ਦੇ 3 ਬੱਚੇ ਸੀ, 1 ਕੁੜੀ ਤੇ 2 ਮੁੰਡੇ ਸੀ। ਉਸ ਦੀ ਕੁੜੀ ਬਹੁਤ ਪਿਆਰੀ ਤੇ ਸਮਝਦਾਰ ਸੀ ਅਤੇ ਮੁੰਡੇ ਬਹੁਤ ਹੀ ਸ਼ੈਤਾਨ ਸੀ। ਸਾਰਾ ਦਿਨ ਸ਼ਰਾਰਤਾਂ ਕਰਦੇ ਸੀ। ਮੈਂ ਉਹਨਾਂ ਤੋਂ ਜਲਦੀ ਹੀ ਥੱਕ ਜਾਂਦੀ ਸੀ। 24 ਘੰਟੇ ਘਰ ਵਿੱਚ ਰੌਲਾ ਪਾਇਆ ਕਰਦੇ ਸੀ। ਮੇਰੀ ਵੱਡੀ ਨਣਦ ਬਹੁਤ ਅੱਗ ਲਗਾਊ ਸੀ। ਘਰ ਵਿੱਚ ਲੜਾਈ ਹੀ ਕਰਵਾ ਕੇ ਰੱਖਦੀ ਸੀ। ਛੋਟੀ ਵਾਲੀ ਮਹੀਨੇ ਵਿੱਚ 1-2 ਵਾਰ ਆਉਂਦੀ ਸੀ। ਉਸ ਕੋਲ ਹਾਲੇ ਕੋਈ ਬੱਚਾ ਨਹੀਂ ਸੀ। ਮੇਰੇ ਸੱਸ ਸਹੁਰਾ ਬਹੁਤ ਵਧੀਆ ਸੀ, ਪਰ ਮੇਰੀ ਵੱਡੀ ਨਣਦ ਦੀਆਂ ਗੱਲਾਂ ਵਿੱਚ ਆ ਕੇ ਉਹ ਮੇਰੇ ਨਾਲ ਲੜਾਈ ਕਰਦੇ ਸੀ, ਜਿਸ ਨਾਲ ਘਰ ਦਾ ਮਾਹੌਲ ਖਰਾਬ ਹੁੰਦਾ ਸੀ। ਜੇਕਰ ਮੈਂ ਆਪਣੇ ਪਤੀ ਦੀ ਗੱਲ ਕਰਾਂ ਤਾਂ ਸਮੀਰ ਬਹੁਤ ਹੀ ਵਧੀਆ ਅਤੇ ਸਿਆਣਾ ਸੀ। ਉਹ ਮੇਰੀ ਇੱਜ਼ਤ ਕਰਦਾ ਸੀ। ਉਹ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਤੇ ਉਸ ਦੇ ਪਿਆਰ ਤੇ ਸਾਥ ਕਰਕੇ ਹੀ ਮੈਂ ਇਸ ਨਰਕ ਵਰਗੇ ਘਰ ਵਿੱਚ ਰਹਿ ਰਹੀ ਸੀ, ਜਿੱਥੇ ਗੱਲ-ਗੱਲ ਤੇ ਤਾਨੇ ਦਿੱਤੇ ਜਾਂਦੇ ਸਨ। ਜੇਕਰ ਮੇਰਾ ਘਰਵਾਲਾ ਮੇਰੇ ਕੋਲ ਬਹਿ ਜਾਂਦਾ ਜਾਂ ਫਿਰ ਅਸੀਂ ਕੋਈ ਗੱਲ ਕਰਦੇ ਤਾਂ ਵੀ ਸਾਡੀਆਂ ਗੱਲਾਂ ਹੁੰਦੀਆਂ। ਇੱਕ ਇਸਨੇ ਇਸਨੂੰ ਮਗਰ ਲਾਇਆ ਹੈ, ਇਸ ਤੇ ਕੋਈ ਜਾਦੂ ਟੋਣਾ ਕੀਤਾ ਹੈ। ਮੇਰੀ ਨਣਦ ਕੁਝ ਨਾ ਕੁਝ ਗਲਤ ਬੋਲਦੀ ਹੀ ਰਹਿੰਦੀ ਸੀ। ਵਿਆਹ ਤੋਂ 3 ਮਹੀਨੇ ਬਾਅਦ ਉਹ ਖੁਸ਼ਖਬਰੀ ਸੁਣਨਾ ਚਾਹੁੰਦੇ ਸਨ, ਪਰ ਸਾਡੇ ਵਿਆਹ ਨੂੰ ਸਾਲ ਹੋ ਗਿਆ ਸੀ, ਪਰ ਸਾਡੇ ਕੋਲ ਬੱਚਾ ਨਹੀਂ ਸੀ ਹੋਇਆ। ਹੁਣ ਤਾਂ ਮੇਰੇ ਘਰ ਵਾਲੇ ਤੇ ਮੈਨੂੰ ਵੀ ਚਿੰਤਾ ਹੋਣ ਲੱਗੀ ਸੀ। ਅਸੀਂ ਡਾਕਟਰ ਕੋਲ ਗਏ ਤੇ ਆਪਦੇ ਟੈਸਟ ਕਰਵਾਏ, ਜਿਸ ਵਿੱਚ ਮੇਰਾ ਘਰ ਵਾਲਾ ਬਾਂਝ ਸੀ। ਅਸੀਂ ਇਹ ਗੱਲ ਸਭ ਤੋਂ ਲੁਕਾਈ, ਪਰ ਪਤਾ ਨਹੀਂ ਕਿਵੇਂ ਇਹ ਗੱਲ ਮੇਰੀ ਨਣਦ ਨੂੰ ਪਤਾ ਲੱਗ ਗਈ। ਘਰ ਵਿੱਚ ਉਹ ਹੰਗਾਮਾ ਕੀਤਾ, ਰਹੇ ਰੱਬ ਦਾ ਨਾਂ। ਫਿਰ ਕੁਝ ਦਿਨ ਬਾਅਦ ਇਹ ਗੱਲ ਰਫਾ ਦਫਾ ਹੋ ਗਈ, ਕਿਉਂਕਿ ਉਸ ਦਾ ਭਰਾ ਬਾਂਝ ਸੀ, ਪਿਓ ਨਹੀਂ ਸੀ ਬਣ ਸਕਦਾ। ਜੇਕਰ ਮੇਰੇ ਅੰਦਰ ਕੋਈ ਕਮੀ ਹੁੰਦੀ ਜਾਂ ਮੈਂ ਮਾਂ ਨਾ ਬਣ ਸਕਦੀ ਤਾਂ ਮੇਰੇ ਤੇ ਪਤਾ ਨਹੀਂ ਕੀ ਜ਼ੁਲਮ ਕੀਤੇ ਜਾਣੇ ਸੀ। ਮੈਨੂੰ ਤਾਂ ਉਸ ਨੇ ਤਲਾਕ ਦਵਾ ਦੇਣਾ ਸੀ ਅਤੇ ਆਪਣੇ ਭਰਾ ਦੇ ਦੂਜੇ ਵਿਆਹ ਦੀ ਗੱਲ ਵੀ ਸ਼ੁਰੂ ਕਰ ਦਿੱਤੀ ਸੀ, ਪਰ ਉਸ ਦੇ ਆਪਣੇ ਭਰਾ ਦਾ ਬਾਂਝ ਹੋਣਾ ਹੀ ਉਸ ਦੇ ਮੂੰਹ ਤੇ ਇੱਕ ਥੱਪੜ ਸੀ। ਕੁਝ ਸਮਾਂ ਉਹ ਚੁੱਪ ਰਹੀ। ਫਿਰ ਘਰ ਦੇ ਹਾਲਾਤ ਤੰਗ ਹੋਣ ਦੀ ਵਜ੍ਹਾ ਨਾਲ ਮੈਂ ਆਪਣੇ ਘਰ ਵਾਲੇ ਨਾਲ ਸਲਾਹ ਕੀਤੀ ਕਿ ਮੈਂ ਵੀ ਕੋਈ ਕੰਮ ਕਰ ਲਵਾਂ, ਤਾਂ ਉਹਨਾਂ ਕਿਹਾ ਠੀਕ ਹੈ। ਸਾਡੇ ਘਰ ਤੋਂ ਥੋੜ੍ਹੀ ਦੂਰ ਇੱਕ ਕੱਪੜੇ ਦੀ ਫੈਕਟਰੀ ਸੀ। ਮੈਂ ਉਸ ਵਿੱਚ ਜਾਣ ਲੱਗੀ। ਕਦੀ ਮੈਨੂੰ ਸਮੀਰ ਛੱਡ ਜਾਂਦਾ, ਕਦੀ ਮੈਂ ਪੈਦਲ ਹੀ ਚਲੀ ਜਾਂਦੀ ਸੀ। ਸ਼ੁਰੂ ਵਿੱਚ ਮੈਨੂੰ ਬਹੁਤ ਡਰ ਲੱਗਦਾ ਸੀ, ਫਿਰ ਮੈਨੂੰ ਇਸ ਕੰਮ ਦੀ ਆਦਤ ਪੈ ਗਈ, ਕਿਉਂਕਿ ਸਾਡੇ ਘਰ ਦੇ ਖਰਚੇ ਬਹੁਤ ਵੱਧਦੇ ਜਾ ਰਹੇ ਸੀ। ਉੱਪਰੋਂ ਮੇਰੀ ਨਣਦ ਆਪਣੇ ਬੱਚਿਆਂ ਨੂੰ ਮੇਰੇ ਘਰ ਵਾਲੇ ਕੋਲ ਨਵੀਆਂ ਫਰਮਾਇਸ਼ਾਂ ਲੈ ਕੇ ਭੇਜ ਦਿੰਦੀ। ਮੇਰਾ ਘਰ ਵਾਲਾ ਡਰਦਾ ਹਰ ਫਰਮਾਇਸ਼ ਪੂਰੀ ਕਰਦਾ ਕਿ ਕਿਤੇ ਮੇਰੀ ਮਾਂ ਤੇ ਭੈਣ ਨਾ ਰੁੱਸ ਜਾਣ। ਮੇਰੀ ਨਣਦ ਨੂੰ ਸਾਡੇ ਹਾਲਾਤਾਂ ਤੋਂ ਕੋਈ ਫਰਕ ਨਹੀਂ ਸੀ ਪੈਂਦਾ। ਉਸ ਨੂੰ ਤਾਂ ਇਹ ਵੀ ਨਹੀਂ ਸੀ ਕਿ ਆਪਣੇ ਸਹੁਰੇ ਵਾਪਸ ਚਲੀ ਜਾਵੇ। ਹੁਣ ਮੈਨੂੰ ਫੈਕਟਰੀ ਜਾਂਦੇ 2 ਮਹੀਨੇ ਹੋ ਗਏ ਸੀ। ਮੈਂ ਰੋਜ਼ ਹੀ ਦੇਖਦੀ ਸੀ। ਰਸਤੇ ਵਿੱਚ ਇੱਕ ਜਵਾਨ ਮੁੰਡਾ ਕੇਸਰ ਵਾਲਾ ਦੁੱਧ ਵੇਚਦਾ ਸੀ। ਉਸ ਕੋਲ ਕੁੜੀਆਂ ਤੇ ਔਰਤਾਂ ਦੀ ਭੀੜ ਹੁੰਦੀ ਸੀ। ਉਹ ਸਭ ਔਰਤਾਂ ਨੂੰ ਕਹਿੰਦਾ ਸੀ ਕਿ ਜੋ ਜਿੰਨੇ ਗਲਾਸ ਕੇਸਰ ਵਾਲਾ ਦੁੱਧ ਪੀਵੇਗਾ, ਉਸ ਦੇ ਓਨੇ ਹੀ ਬੱਚੇ ਹੋਣਗੇ। ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੁੰਦੀ ਤੇ ਸੋਚਦੀ ਕਿ ਦੁੱਧ ਪੀਣ ਨਾਲ ਏਦਾਂ ਕਿਵੇਂ ਬੱਚੇ ਹੋ ਸਕਦੇ ਨੇ। ਇਸ ਗੱਲ ਤੇ ਯਕੀਨ ਕਰਨਾ ਬੇਵਕੂਫੀ ਸੀ, ਪਰ ਉਹ ਲੜਕਾ ਹਰ ਰੋਜ਼ ਮੇਰੀ ਫੈਕਟਰੀ ਦੇ ਰਾਸਤੇ ਵਿੱਚ ਖੜਾ ਹੁੰਦਾ ਸੀ। ਪਰ ਮੈਂ ਕਦੀ ਕੇਸਰ ਵਾਲਾ ਦੁੱਧ ਨੂੰ ਨਹੀਂ ਪੀਤਾ ਸੀ। ਮੈਂ ਤਾਂ ਇਹੀ ਸੋਚਦੀ ਸੀ ਕਿ ਕਿਵੇਂ ਗਵਾਰ ਲੋਕ ਉਸ ਦੇ ਆਲੇ-ਦੁਆਲੇ ਖੜੇ ਹਨ, ਭਲਾ ਏਦਾਂ ਕਿਵੇਂ ਹੋ ਸਕਦਾ ਹੈ। ਪਰ ਮੈਂ ਅਣਜਾਣ ਸੀ ਕਿ ਜਿਸ ਗੱਲ ਤੇ ਮੈਂ ਹੱਸ ਰਹੀ ਹਾਂ, ਉਹੀ ਮੇਰੀ ਜ਼ਿੰਦਗੀ ਵਿੱਚ ਬਹੁਤ ਜਲਦੀ ਇੱਕ ਤੂਫਾਨ ਆਉਣ ਵਾਲਾ ਹੈ। ਪਰ ਮੈਂ ਕਦੇ ਕੇਸਰ ਵਾਲਾ ਦੁੱਧ ਨਹੀਂ ਪੀਤਾ ਸੀ, ਤਾਂ ਇਹ ਸੋਚਦੀ ਸੀ ਕਿ ਗਵਾਰ ਲੋਕ ਉਸ ਦੇ ਆਲੇ-ਦੁਆਲੇ ਖੜੇ ਹਨ, ਭਲਾ ਏਦਾਂ ਕਿਵੇਂ ਹੋ ਸਕਦਾ ਹੈ। ਪਰ ਮੈਂ ਅਣਜਾਣ ਸੀ ਕਿ ਜਿਸ ਗੱਲ ਤੇ ਮੈਂ ਹੱਸ ਰਹੀ ਹਾਂ, ਉਹੀ ਮੇਰੀ ਜ਼ਿੰਦਗੀ ਵਿੱਚ ਬਹੁਤ ਜਲਦੀ ਇੱਕ ਤੂਫਾਨ ਆਉਣ ਵਾਲਾ। ਹਾਲੇ ਤਾਂ ਮੈਂ ਅਣਜਾਣ ਸੀ ਕਿ ਉਹ ਬਹੁਤ ਜਲਦੀ ਮੇਰੇ ਤੇ ਕੀ ਸਮਾਂ ਆਉਣ ਵਾਲਾ ਹੈ ਕਿ ਮੇਰੀ ਹਾਸੀ ਹੀ ਖੋਹ ਲੈਣੀ ਹੈ। ਇਹ ਉਸ ਦਿਨ ਦੀ ਗੱਲ ਸੀ ਜਦੋਂ ਮੈਂ ਸਵੇਰ ਨੂੰ ਉੱਠੀ, ਨਹਾ ਧੋ ਕੇ ਨਾਸ਼ਤਾ ਬਣਾ ਕੇ ਹਟੀ, ਕਿਉਂਕਿ ਕੰਮ ਦੇ ਨਾਲ ਮੈਨੂੰ ਘਰ ਦਾ ਨਾਸ਼ਤਾ ਤੇ ਰਾਤ ਦੀ ਰੋਟੀ ਵੀ ਬਣਾਉਣੀ ਪੈਂਦੀ ਸੀ। ਦੁਪਹਿਰ ਦਾ ਖਾਣਾ ਬਾਹਰ ਤੋਂ ਆਉਂਦਾ ਸੀ।
ਮੈਂ ਅਤੇ ਸਾਰੇ ਘਰਦਿਆਂ ਨੇ ਨਾਸ਼ਤਾ ਕੀਤਾ ਤੇ ਫਿਰ ਮੈਂ ਭਾਂਡੇ ਸਾਫ਼ ਕੀਤੇ। ਫਿਰ ਮੈਂ ਆਪਣਾ ਬੈਗ ਚੁੱਕ ਕੇ ਘਰ ਤੋਂ ਬਾਹਰ ਆ ਗਈ। ਅੱਜ ਦੇ ਬੱਚਿਆਂ ਨੇ ਬਹੁਤ ਹੰਗਾਮਾ ਕੀਤਾ ਸੀ। ਅੱਜ ਘਰ ਵਿੱਚ ਕਿਸੇ ਨੇ ਚੰਗੀ ਤਰ੍ਹਾਂ ਨਾਸ਼ਤਾ ਨਹੀਂ ਕੀਤਾ ਸੀ। ਬਹੁਤ ਜ਼ਿਆਦਾ ਗਰਮੀ ਸੀ। ਫੈਕਟਰੀ 'ਚ ਆਉਂਦੇ ਹੋਏ ਮੇਰੀ ਹਾਲਤ ਖਰਾਬ ਹੋ ਗਈ ਸੀ। ਮੈਂ ਆਪਣੇ ਮੂੰਹ ਨੂੰ ਚੁੰਨੀ ਨਾਲ ਕਵਰ ਕੀਤਾ ਅਤੇ ਆਪਣੇ ਘਰ ਵਾਲੇ ਨਾਲ ਕਾਰ ਵਿੱਚ ਬੈਠ ਗਈ। ਸਮੀਰ ਨੇ ਮੈਨੂੰ ਫੈਕਟਰੀ ਦੇ ਬਾਹਰ ਉਤਾਰ ਦਿੱਤਾ ਅਤੇ ਆਪਣੇ ਕੰਮ 'ਤੇ ਚਲੇ ਗਏ। ਮੈਂ ਚੁੰਨੀ ਦੇ ਇੱਕ ਕੋਨੇ ਨਾਲ ਆਪਣਾ ਪਸੀਨਾ ਸਾਫ਼ ਕੀਤਾ ਅਤੇ ਫੈਕਟਰੀ ਦੇ ਅੰਦਰ ਚਲੀ ਗਈ। ਅੱਜ ਫੈਕਟਰੀ ਵਿੱਚ ਬਹੁਤ ਭੀੜ ਸੀ ਕਿਉਂਕਿ ਨਵਾਂ ਮਾਲ ਆਇਆ ਸੀ ਅਤੇ ਪੁਰਾਣੇ ਮਾਲ ਦੀ ਡਿਲੀਵਰੀ ਵੀ ਕਰਨੀ ਸੀ। ਅੱਜ ਬਹੁਤ ਕੰਮ ਸੀ। ਭੀੜ ਨੂੰ ਚੀਰਦੀ ਹੋਈ ਮੈਂ ਆਪਣੀ ਥਾਂ 'ਤੇ ਪੁੱਜੀ। ਅੱਜ ਬਹੁਤ ਗਰਮੀ ਸੀ। ਹਾਲਤ ਬਹੁਤ ਖਰਾਬ ਹੋ ਗਈ ਸੀ। ਮੈਂ ਚਾਦਰ ਉਤਾਰੀ ਅਤੇ ਪਰਸ ਵਿੱਚੋਂ ਪਾਣੀ ਦੀ ਬੋਤਲ ਦੇਖਣ ਲੱਗੀ, ਪਰ ਅੱਜ ਤਾਂ ਮੈਂ ਪਾਣੀ ਦੀ ਬੋਤਲ ਲੈ ਕੇ ਆਉਣਾ ਹੀ ਭੁੱਲ ਗਈ ਸੀ। ਅੱਜ ਦਾ ਦਿਨ ਬਹੁਤ ਮਨਹੂਸ ਸੀ। ਸਾਰਾ ਦਿਨ ਫੈਕਟਰੀ ਦਾ ਗੰਦਾ ਪਾਣੀ ਹੀ ਪੀਣਾ ਪਿਆ, ਕਿਉਂਕਿ ਇੰਨੀ ਗਰਮੀ ਵਿੱਚ ਪਿਆਸੇ ਰਹਿਣਾ ਮੁਸ਼ਕਲ ਸੀ। ਹਾਲੇ ਮੈਨੂੰ ਕੁਝ ਸਮਾਂ ਹੀ ਹੋਇਆ ਸੀ ਕਿ ਫੈਕਟਰੀ ਦੀ ਲਾਈਟ ਚਲੀ ਗਈ। ਸ਼ਾਇਦ ਕੋਈ ਵਾਇਰਿੰਗ ਵਿੱਚ ਦਿੱਕਤ ਸੀ, ਤਾਂ ਸਾਰੇ ਵਰਕਰ ਲਾਈਟ ਦੀ ਉਡੀਕ ਕਰਦੇ ਰਹੇ। ਫਿਰ ਜਦੋਂ ਸਾਰੇ ਵਰਕਰਾਂ ਦਾ ਗਰਮੀ ਨਾਲ ਬੁਰਾ ਹਾਲ ਹੋ ਗਿਆ ਤਾਂ ਉਹਨਾਂ ਨੇ ਹੈੱਡ ਸਰ ਨੂੰ ਛੁੱਟੀ ਲਈ ਕਿਹਾ, ਕਿਉਂਕਿ ਲਾਈਟ ਇੰਨੀ ਜਲਦੀ ਠੀਕ ਨਹੀਂ ਹੋਣੀ ਸੀ। ਇਸ ਲਈ ਹੈੱਡ ਸਰ ਨੇ ਸਭ ਨੂੰ ਛੁੱਟੀ ਕਰ ਦਿੱਤੀ। ਉਸ ਸਮੇਂ ਦੁਪਹਿਰ ਦੇ 2 ਵਜੇ ਸੀ। ਮੈਂ ਬਾਹਰ ਨਿਕਲੀ ਤਾਂ ਲੂ ਚੱਲ ਰਹੀ ਸੀ। ਬੁਰਾ ਹਾਲ ਹੋ ਗਿਆ ਸੀ, ਜਿੱਦਾਂ ਸੂਰਜ ਅੱਗ ਉਗਲ ਰਿਹਾ ਹੋਵੇ। ਮੇਰੇ ਬੁੱਲ੍ਹ ਬਿਲਕੁਲ ਸੁੱਕ ਗਏ ਸੀ ਤੇ ਮੇਰਾ ਹਲਕ ਵੀ ਸੁੱਕ ਗਿਆ ਸੀ। ਤਾਂ ਸੋਚਿਆ ਕਿ ਅੱਜ ਰਿਕਸ਼ੇ 'ਤੇ ਘਰ ਚਲੀ ਜਾਂਦੀ ਹਾਂ। ਜਦੋਂ ਕੋਈ ਰਿਕਸ਼ਾ ਨਜ਼ਰ ਨਾ ਆਇਆ ਤਾਂ ਯਾਦ ਆਇਆ ਕਿ ਅੱਜ ਤਾਂ ਕੋਈ ਸਟ੍ਰਾਈਕ ਹੈ, ਇਸ ਲਈ ਕੋਈ ਰਿਕਸ਼ਾ ਨਹੀਂ ਸੀ। ਮੇਰੇ ਕੋਲ ਮੇਰੇ ਪਾਣੀ ਵਾਲੀ ਬੋਤਲ ਵੀ ਨਹੀਂ ਸੀ, ਕਿਉਂਕਿ ਅੱਜ ਮੈਂ ਲਿਆਉਣਾ ਭੁੱਲ ਗਈ ਸੀ। ਮੈਂ ਪੈਦਲ ਤੁਰੀ ਜਾ ਰਹੀ ਸੀ, ਪਾਣੀ ਦੀ ਬੋਤਲ ਖਰੀਦ ਸਕਾਂ। ਕੋਈ ਦੁਕਾਨ ਵੀ ਨਹੀਂ ਸੀ। ਮੈਨੂੰ ਇਹ ਲੱਗ ਰਿਹਾ ਸੀ ਕਿ ਮੇਰੀ ਜਾਨ ਹੀ ਨਿਕਲ ਜਾਣੀ ਸੀ। ਰਾਹ ਵਿੱਚ ਕੋਈ ਦਰਖਤ ਨਹੀਂ ਸੀ ਤੇ ਨਾ ਹੀ ਕੋਈ ਪਾਣੀ ਦਾ ਠਿਕਾਣਾ ਸੀ। ਮੈਂ ਤੁਰਦੀ-ਤੁਰਦੀ ਇੱਕ ਥਾਂ ਰੁਕ ਗਈ ਸੀ। ਮੈਨੂੰ ਇਹ ਲੱਗ ਰਿਹਾ ਸੀ ਕਿ ਜਿਵੇਂ ਮੈਂ ਰੇਗਿਸਤਾਨ ਵਿੱਚ ਤੁਰ ਰਹੀ ਸੀ। ਹੁਣ ਹਿੰਮਤ ਨਹੀਂ ਸੀ। ਅਚਾਨਕ ਮੇਰੇ ਕੰਨਾਂ ਵਿੱਚ ਆਵਾਜ਼ ਪਈ। ਥੋੜ੍ਹੀ ਦੂਰ ਹੀ ਠੰਡੇ ਕੇਸਰ ਵਾਲੇ ਦੁੱਧ ਵਾਲਾ ਮੁੰਡਾ ਖੜਾ ਸੀ। ਮੇਰੇ ਕਦਮ ਤੇਜ਼ੀ ਨਾਲ ਚੱਲਣ ਲੱਗੇ, ਜਿਵੇਂ ਪਤਾ ਨਹੀਂ ਮੈਨੂੰ ਕਿਸੇ ਨੇ ਕਿੰਨੀ ਕੀਮਤੀ ਚੀਜ਼ ਦੇ ਦਿੱਤੀ ਸੀ। ਮੈਂ ਜਲਦੀ ਨਾਲ ਠੰਡੇ ਕੇਸਰ ਵਾਲੇ ਦੁੱਧ ਪੀਤਾ ਅਤੇ ਨਾਲ ਹੀ ਦੂਸਰਾ ਗਲਾਸ ਮੰਗਿਆ। ਫਿਰ ਉਸਨੇ ਆਪਣਾ ਰੋਜ਼ ਵਾਲਾ ਜੁਮਲਾ ਕਿਹਾ ਕਿ ਜਿੰਨੇ ਗਲਾਸ ਦੁੱਧ ਓਨੇ ਹੀ ਬੱਚੇ ਹੋਣਗੇ। ਮੇਰੇ ਗਲੇ ਵਿੱਚ ਰਾਹਤ ਪਈ ਸੀ। ਮੈਂ ਉਸ ਦੀ ਗੱਲ ਨਾਲ ਹੱਸੀ ਵਿੱਚ ਉਡਾ ਦਿੱਤੀ, ਪਰ ਮੈਨੂੰ ਉਸ ਦਾ ਬਣਾਇਆ ਕੇਸਰ ਵਾਲਾ ਠੰਡਾ ਦੁੱਧ ਬਹੁਤ ਹੀ ਮਜ਼ੇਦਾਰ ਲੱਗਾ। ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਇਹੋ ਜਿਹਾ ਦੁੱਧ ਨਹੀਂ ਪੀਤਾ ਸੀ, ਜਿਸ ਨੂੰ ਪੀ ਕੇ ਮੈਨੂੰ ਰਾਹਤ ਤੇ ਸਕੂਨ ਮਿਲਿਆ ਸੀ। ਮੈਂ ਉਸ ਨੂੰ ਪੈਸੇ ਦਿੱਤੇ ਤੇ ਤੁਰ ਪਈ, ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਸਕੂਨ ਕੁਝ ਦੇਰ ਤੱਕ ਦਾ ਹੀ ਸੀ। ਇਸ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਤੂਫਾਨ ਆਉਣ ਵਾਲਾ ਸੀ, ਜਿਸ ਨਾਲ ਮੈਨੂੰ ਦੁੱਧ ਤੋਂ ਨਫ਼ਰਤ ਹੋ ਜਾਣੀ ਸੀ। ਘਰ ਗਈ ਤਾਂ ਘਰ ਵਿੱਚ ਪੀਜ਼ਾ ਪਾਰਟੀ ਚੱਲ ਰਹੀ ਸੀ। ਮੇਰੀ ਛੋਟੀ ਨਣਦ ਆਈ ਹੋਈ ਸੀ। ਮੈਂ ਉਸ ਨੂੰ ਮਿਲੀ। ਮੈਨੂੰ ਕਿਸੇ ਨੇ ਇੱਕ ਵਾਰੀ ਵੀ ਝੂਠੇ ਮੂੰਹ ਨਹੀਂ ਪੁੱਛਿਆ। ਮੈਂ ਵੀ ਆਪਣੇ ਕਮਰੇ ਵਿੱਚ ਚਲੀ ਗਈ। ਆਪਣੀ ਰੋਟੀ ਮੈਂ ਫੈਕਟਰੀ ਵਿੱਚ ਹੀ ਖਾ ਲਈ ਸੀ। ਮੈਂ ਫਰੈਸ਼ ਹੋ ਕੇ ਆਪਣੇ ਘਰ ਵਾਲੇ ਨੂੰ ਫ਼ੋਨ ਕੀਤਾ ਕਿ ਮੈਂ ਘਰ ਆ ਗਈ ਹਾਂ। ਫਿਰ ਮੈਂ ਥੋੜ੍ਹੀ ਦੇਰ ਆਰਾਮ ਕੀਤਾ ਅਤੇ ਉਸ ਤੋਂ ਬਾਅਦ ਮੈਂ ਰਸੋਈ ਵਿੱਚ ਗਈ ਅਤੇ ਸਭ ਲਈ ਸ਼ਾਮ ਦੀ ਚਾਹ ਬਣਾਈ। ਫਿਰ ਸ਼ਾਮ ਦੇ ਖਾਣੇ ਦੀ ਤਿਆਰੀ ਕਰਨ ਲੱਗੀ। ਮੈਂ ਸੋਚਿਆ ਕਿ ਕੋਈ ਨਵੀਂ ਡਿਸ਼ ਬਣਾ ਦੇਵਾਂ, ਨਹੀਂ ਤਾਂ ਮੇਰੀ ਨਣਦ ਨੇ ਮੇਰੇ ਘਰ ਵਾਲੇ ਨੂੰ ਸ਼ਿਕਾਇਤ ਕਰ ਦੇਣੀ ਹੈ ਕਿ ਭਾਬੀ ਨੇ ਕੁਝ ਨਵਾਂ ਨਹੀਂ ਬਣਾ ਕੇ ਖਵਾਇਆ। ਰਸੋਈ ਵਿੱਚ ਜੂਠੇ ਭਾਂਡਿਆਂ ਦਾ ਢੇਰ ਲੱਗਿਆ ਸੀ। ਕਿਸੇ ਨੇ ਰਸੋਈ ਵਿੱਚ ਆ ਕੇ ਮੇਰੀ ਮਦਦ ਨਹੀਂ ਕੀਤੀ। ਹੁਣ 4-5 ਘੰਟੇ ਲੱਗ ਗਏ। ਖਾਣਾ ਬਣਾਇਆ ਤੇ ਭਾਂਡੇ ਸਾਫ਼ ਕੀਤੇ। ਮੈਂ ਪਸੀਨੇ ਨਾਲ ਭਰ ਗਈ ਸੀ। ਜਾ ਕੇ ਸ਼ਾਵਰ ਲਿੱਤਾ ਤੇ ਕੱਪੜੇ ਚੇਂਜ ਕੀਤੇ ਅਤੇ ਇੰਨੇ ਵਿੱਚ ਹੀ ਆਵਾਜ਼ਾਂ ਆਉਣ ਲੱਗੀਆਂ ਕਿ ਰੋਟੀ ਖਾਣੀ ਹੈ। ਮੇਰਾ ਘਰ ਵਾਲੇ ਦਾ ਫ਼ੋਨ ਆਇਆ ਸੀ ਕਿ ਅੱਜ ਉਸ ਨੂੰ ਸ਼ਹਿਰ ਵਿੱਚ ਹੀ ਕੋਈ ਕੰਮ ਹੈ। ਅੱਜ ਰਾਤ ਨੂੰ ਨਹੀਂ ਆਵੇਗਾ। ਮੈਂ ਨੀਚੇ ਜਾ ਕੇ ਸਭ ਨੂੰ ਰੋਟੀ ਦਿੱਤੀ। ਸਭ ਨੇ ਰੋਟੀ ਖੁਸ਼ ਹੋ ਕੇ ਤੇ ਪੇਟ ਭਰ ਕੇ ਖਾਈ। ਮੇਰੀ ਇੰਨੀ ਮਿਹਨਤ ਤੇ ਕਿਸੇ ਨੇ 2 ਲਫ਼ਜ਼ ਮੇਰੀ ਤਾਰੀਫ਼ ਵੀ ਨਹੀਂ ਕੀਤੀ। ਮੈਂ ਆਪਣੀ ਸੱਸ ਨੂੰ ਦੱਸਿਆ ਕਿ ਅੱਜ ਉਹਨਾਂ ਨੇ ਨਹੀਂ ਆਉਣਾ ਹੈ। ਮੇਰੀ ਨਣਦ ਬੋਲੀ ਕਿ ਤੇਰੀ ਹੀ ਕੋਈ ਫਰਮਾਇਸ਼ ਹੋਣੀ ਹੈ। ਇੰਨੇ ਸਾਲਾਂ ਵਿੱਚ ਤਾਂ
ਕਦੀ ਉਹ ਰਾਤ ਬਾਹਰ ਨਹੀਂ ਰਿਹਾ। ਪਹਿਲਾਂ ਮੇਰੇ ਦਿਲ ਵਿੱਚ ਆਇਆ ਕਿ ਉਸ ਨੂੰ ਜਵਾਬ ਦੇਵਾਂ। ਫਿਰ ਮੇਰੀ ਪਰਵਰਿਸ਼ ਨੇ ਮੈਨੂੰ ਰੋਕ ਲਿਆ। ਆਪਣੇ ਕਮਰੇ ਵਿੱਚ ਆ ਕੇ ਮੈਂ ਪੈ ਗਈ। ਰਾਤ ਦੇ 3 ਵਜੇ ਮੇਰੀ ਤਬੀਅਤ ਅਚਾਨਕ ਖਰਾਬ ਹੋ ਗਈ। ਮੈਨੂੰ ਉਲਟੀਆਂ ਤੇ ਚੱਕਰ ਆ ਰਹੇ ਸੀ। ਮੈਂ ਆਪਣੀ ਸੱਸ ਨੂੰ ਬੁਲਾਇਆ, ਪਰ ਇਹ ਇਕੱਲੀ ਨਹੀਂ, ਮੇਰੀਆਂ ਦੋਨੋਂ ਨਣਦਾਂ ਨੂੰ ਵੀ ਨਾਲ ਲੈ ਕੇ ਆਈ। ਮੇਰੀ ਵੱਡੀ ਨਣਦ ਮੈਨੂੰ ਬਦਚਲਨ ਤੇ ਅਵਾਰਾ ਕਹਿ ਰਹੀ ਸੀ। ਉਸ ਦੇ ਕਹਿਣ ਤੇ ਮੈਨੂੰ ਵੀ ਦੁੱਧ ਵਾਲੀ ਗੱਲ ਯਾਦ ਆ ਗਈ। ਮੈਂ ਬੁਰੀ ਤਰ੍ਹਾਂ ਡਰ ਗਈ ਸੀ। 4 ਘੰਟੇ ਮੇਰੀ ਤਬੀਅਤ ਬਹੁਤ ਖਰਾਬ ਰਹੀ। ਅਗਲੇ ਦਿਨ ਮੈਂ ਕਲੀਨਿਕ ਗਈ ਤੇ ਡਾਕਟਰ ਨੇ ਮੈਨੂੰ ਕਿਹਾ ਕਿ ਤੂੰ ਮਾਂ ਬਣਨ ਵਾਲੀ ਹੈ। ਮੈਂ ਡਰ ਗਈ ਸੀ। ਮੈਂ ਆਪਣੇ ਘਰ ਵਾਲੇ ਤੋਂ ਤਲਾਕ ਨਹੀਂ ਸੀ ਲੈਣਾ ਚਾਹੁੰਦੀ। ਮੈਂ ਚੁੱਪਚਾਪ ਘਰੋਂ ਨਿਕਲ ਕੇ ਆਸ਼ਰਮ ਵਿੱਚ ਚਲੀ ਗਈ ਸੀ। ਉੱਥੇ ਮੈਂ 2 ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਇੱਕ ਮੁੰਡਾ ਤੇ ਇੱਕ ਕੁੜੀ ਸੀ। ਮੈਂ ਉਹਨਾਂ ਨੂੰ ਪਿਆਰ ਵੀ ਨਹੀਂ ਕੀਤਾ, ਕਿਉਂਕਿ ਮੇਰੀ ਜ਼ਿੰਦਗੀ ਜੋ ਖਰਾਬ ਹੋ ਗਈ ਸੀ। ਅਚਾਨਕ ਇੱਕ ਦਿਨ ਬਾਜ਼ਾਰ ਵਿੱਚ ਸਮੀਰ ਨਾਲ ਟਕਰਾ ਗਈ। ਮੈਨੂੰ ਉਸ ਤੋਂ ਜੁਦਾ ਹੋਏ 2 ਸਾਲ ਹੋ ਗਏ ਸੀ। ਮੈਂ ਉੱਥੋਂ ਜਾਣ ਲੱਗੀ ਕਿ ਕਿਤੇ ਉਹ ਮੈਨੂੰ ਤਲਾਕ ਨਾ ਦੇ ਦੇਵੇ। ਉਸ ਨੇ ਮੇਰਾ ਹੱਥ ਫੜ ਲਿਆ। ਮੈਂ ਕਿਹਾ ਕਿ ਮੈਂ ਕੁਝ ਗਲਤ ਨਹੀਂ ਕੀਤਾ, ਮੈਂ ਬਦਚਲਨ ਨਹੀਂ ਹਾਂ। ਬੱਚੇ ਪਤਾ ਨਹੀਂ ਕਿਵੇਂ। ਉਸ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਅਤੇ ਆਪਣੇ ਬੱਚਿਆਂ ਨੂੰ ਪਿਆਰ ਕਰਨ ਲੱਗਾ ਜਿਵੇਂ ਉਸ ਦੇ ਆਪਣੇ ਸਗੇ ਬੱਚੇ ਹੋਣ। ਫਿਰ ਉਸ ਨੇ ਮੈਨੂੰ ਦੱਸਿਆ ਕਿ ਮੈਂ ਸਭ ਤੋਂ ਚੋਰੀ ਆਪਣਾ ਇਲਾਜ ਕਰਵਾ ਰਿਹਾ ਸੀ। ਰਾਤ ਨੂੰ ਵੀ ਮੈਂ ਇੱਕ ਡਾਕਟਰ ਦੇ ਕੋਲ ਸੀ। ਮੇਰੀ ਰਿਪੋਰਟ ਬਿਲਕੁਲ ਸਹੀ ਆ ਚੁੱਕੀ ਸੀ। ਮੈਂ ਪਿਓ ਬਣ ਸਕਦਾ ਹਾਂ। ਜਦੋਂ ਮੈਂ ਘਰ ਆਇਆ ਤੂੰ ਘਰ ਛੱਡ ਕੇ ਚਲੀ ਗਈ ਸੀ। ਫਿਰ ਮੇਰੀ ਭਾਣਜੀ ਨੇ ਮੈਨੂੰ ਉਸ ਦਿਨ ਦੀ ਸਾਰੀ ਗੱਲ ਦੱਸੀ ਤੇ ਮੈਂ ਤੈਨੂੰ ਬਹੁਤ ਲੱਭਿਆ, ਪਰ ਤੂੰ ਨਹੀਂ ਮਿਲੀ। ਇਹ ਬੱਚੇ ਆਪਣੇ ਹਨ। ਉਹ ਮੈਨੂੰ ਘਰ ਲੈ ਗਏ। ਹੁਣ ਘਰ ਦੇ ਹਾਲਾਤ ਬਦਲ ਗਏ ਸੀ। ਮੇਰੀ ਵੱਡੀ ਨਣਦ ਆਪਣੇ ਘਰ ਚਲੀ ਗਈ ਸੀ। ਮੇਰੀ ਸੱਸ ਤੇ ਸਹੁਰਾ ਬਹੁਤ ਸ਼ਰਮਿੰਦਾ ਸੀ। ਉਹ ਮੇਰੇ ਤੋਂ ਮਾਫ਼ੀ ਮੰਗ ਰਹੇ ਸੀ ਕਿ ਅਸੀਂ ਤੈਨੂੰ ਬਹੁਤ ਗਲਤ ਕਿਹਾ, ਅਤੇ ਉਹ ਸ਼ਰਬਤ ਵਾਲਾ ਵੀ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਝੂਠ ਬੋਲਦਾ ਸੀ। ਅਜਿਹਾ ਕੁਝ ਨਹੀਂ ਸੀ ਹੁੰਦਾ। ਹੁਣ ਅਸੀਂ ਸਾਰੇ ਬੜੀ ਖੁਸ਼ੀ-ਖੁਸ਼ੀ ਰਹਿੰਦੇ ਹਾਂ। ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਆਪਾਂ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।